सभी किसान, बदलते भारत की शान। नमस्कार, मैं हूं चेतना त्यागी। पराली पंचायत में आप सभी का स्वागत है। जी हां, पराली जलाना एक गंभीर समस्या है, ये आप सभी जानते हैं, और हर साल अक्टूबर नवंबर के महीने में लोगों को इससे दो चार होना पड़ता है। साथ ही इससे निकलने वाला जो धुआं है वो भी लोगों के स्वास्थ्य को प्रभावित करता है। पंजाब की चलिए, सबसे पहले आपका मैं उनसे परिचय करा देती हूँ। मेरा नाम ਅਮਨਪ੍ਰੀਤ ਸਿੰਘ ਹੈ ਜੀ। ਮੈਂ ਸਹਾਇਕ ਖੇਤੀਬਾੜੀ ਇੰਜੀਨੀਅਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਵਿਖੇ ਸਰਵਿਸ ਕਰ ਰਿਹਾ ਜੀ। ਮੈਂ ਪ੍ਰਕਾਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਲੁਧਿਆਣਾ ਦੇ ਤੌਰ ਤੇ ਆਪਣੀ ਸੇਵਾ ਨਿਭਾ ਰਿਹਾ ਹਾਂ। ਮੈਂ ਗੌਰਵ ਧੀਰ ਬਲਾਕ ਖੇਤੀਬਾੜੀ ਅਫਸਰ ਬਲਾਕ ਸਮਰਾਲਾ ਲੁਧਿਆਣਾ ਵਿਖੇ ਆਪਣੀ ਸੇਵਾ ਨਿਭਾ ਰਿਹਾ ਜੀ। मैं संदीप सिंह मैं बतौर एडीओ ब्लॉक समराला विखे अपनी सेवा निभा रहे हैं। तो तालियों से जोरदार स्वागत कीजिए हमारे किसान भाइयों का और हमारे एक्सपर्ट्स का। चलिए, सवाल जवाब का सिलसिला शुरू करते हैं। सबसे पहले सर, आपसे मैं जानना चाहूँगी कि सरकार जो नीतियाँ और योजनाएं सरकार ने लागू की गई हैं वो कितनी इम्प्लीमेंट की जा रही हैं? ਇਹ ਬਹੁਤ ਤੁਹਾਡਾ ਅੱਛਾ ਸਵਾਲ ਹੈ ਜੀ। ਦੇਖੋ, ਕੋਈ ਵੀ ਗੌਰਮੈਂਟ ਹੈ ਜੀ, ਉਹ ਫਾਰਮਰਸ ਦੇ ਲਈ ਹੈ। ਫਾਰਮਰਸ ਦੇ ਲਈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਫਾਰਮਰਸ ਦੀ ਹਰ ਤਰ੍ਹਾਂ ਦੀ ਡਿਮਾਂਡ ਨੂੰ ਪੁੱਛ ਕੇ ਉਹਦੇ ਮੁਤਾਬਕ ਹੀ ਸਕੀਮਾਂ ਬਣਾਈਆਂ ਜਾਂਦੀਆਂ ਅਤੇ ਉਹਦੇ ਮੁਤਾਬਕ ਹੀ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੇ ਐਗਰੀਕਲਚਰ ਡਿਪਾਰਟਮੈਂਟ 'ਚ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਸ ਚੱਲ ਰਹੀਆਂ ਜੀ। ਜਿਸ ਤਰ੍ਹਾਂ ਉਹਦੇ ਵਿੱਚ ਮੇਰੇ ਕੋਲ ਜੋ ਡੀਲ ਕਰ ਰਿਹਾ ਐਗਰੀਕਲਚਰ ਮਸ਼ੀਨਰੀ ਦੇ ਨਾਲ ਰਿਲੇਟਡ ਸਕੀਮ ਹੈ ਜੀ। ਉਹਦੇ ਵਿੱਚ ਅਸੀਂ ਮਸ਼ੀਨਰੀ ਜਿਹੜੀ ਹੈ ਉਹ ਫਾਰਮਰਸ ਨੂੰ ਉਹਨਾਂ ਦੀ ਡਿਮਾਂਡ ਮੁਤਾਬਕ ਸਬਸਿਡਾਈਜ਼ਡ ਰੇਟ ਦੇ ਉੱਤੇ ਜਿਹੜੀ ਹੈ ਉਹ ਸਪਲਾਈ ਕਰਦੇ ਹਾਂ ਜੀ। कितनी सब्सिडी दे रही है सरकार? ਇਹ ਸਬਸਿਡੀ ਜਿਹੜੀ ਹੈ ਜੀ, ਸਾਡੇ ਕੋਲ ਇਹ ਸਕੀਮ ਜਿਹੜੀ ਹੈ ਉਹਦਾ ਨਾਮ ਹੈ ਕ੍ਰੌਪ ਰੈਜ਼ੀਡਿਊ ਮੈਨੇਜਮੈਂਟ ਸਕੀਮ, ਜਿਹੜੀ ਕਿ 2018 ਤੋਂ ਇੰਪਲੀਮੈਂਟ ਕੀਤੀ ਹੋਈ ਹੈ। ਇਸ ਸਕੀਮ ਦੇ ਅੰਡਰ ਜਿਹੜੀ ਹੈ ਐਗਰੀਕਲਚਰ ਮਸ਼ੀਨਰੀ, ਉਹੀ ਮਸ਼ੀਨਰੀ ਸਬਸਿਡੀ ਦਿੱਤੀ ਜਾਂਦੀ ਹੈ ਜਿਹੜੀ ਮਸ਼ੀਨਰੀ ਪੈਡੀ ਸਟਰੋ ਮੈਨੇਜਮੈਂਟ ਨੂੰ, ਪਰਾਲੀ ਨੂੰ ਮੈਨੇਜ ਕਰਨ ਵਾਸਤੇ ਕੰਮ ਆਉਂਦੀ ਹੈ। ਅਤੇ ਇਹਨਾਂ ਮਸ਼ੀਨਾਂ ਦੇ ਉੱਪਰ 50% ਤੋਂ ਲੈ ਕੇ 80% ਤੱਕ ਦੀ ਜਿਹੜੀ ਹੈ ਉਹ ਸਬਸਿਡੀ ਦਿੱਤੀ ਜਾਂਦੀ ਹੈ ਜੀ। बिल्कुल, चलिए हम अपने किसान भाइयों से भी जान लेते हैं। यहाँ पर जितने मेरे किसान भाई मौजूद हैं, मैं उनसे ये जानना चाहूँगी, पराली प्रबंधन पर कितने किसान भाई जो यहाँ पर हैं वो उसका उपाय कर रहे हैं पराली प्रबंधन का? हाथ खड़े करें, आप खड़े हो जाएं, अपना नाम बताएं। मेरा नाम लंबड़दार धर्मेंद्र सिंह खटरा। हाँ जी, अब बताएं आप।
मैं पराली को और कणक के नाड़ को खेत में ही, अगर कभी हमने आग नहीं लगाई। किस तरीके से आप उसको खेत में डिस्पोज करते हैं? हम जैसे पराली है इसको कणक की जो बिजाई है सुपर सीडर से करते हैं। जी। हाँ जी। सुपर सीडर से करने के बाद वो सारा खेत में ही डिस्पोज ऑफ हो जाता है? हाँ जी, हाँ जी, हाँ जी, बिल्कुल जी। अच्छा, हाँ जी, आप बताएं। हाँ जी, मेरा नाम भी ਹਰਪਾਲ ਸਿੰਘ ਪਿੰਡ ਚਹਿਲਾਂ ਜੀ। ਜੀ। ਮੈਨੂੰ ਵੀ 8 ਸਾਲ ਹੋ ਗਏ ਜੀ, ਅਸੀਂ ਕਦੇ ਅੱਗ ਨਹੀਂ ਲਾਈ ਪਰਾਲੀ ਨੂੰ। ਮੈਂ ਨਾ ਖੇਤ ਬਾਉਣਾ ਜੀ, ਮੈਂ ਜਦੋਂ ਧਾਨ ਕੱਟ ਲੈਣੇ ਆ ਉਹਦੇ ਤੇ ਵੈਸੇ ਹੀ ਛਿੱਟਾ ਮਾਰ ਕੇ ਜੀ ਕਟਰ ਫੇਰ ਦੇਣਾ, ਬਸ ਉਹਨੂੰ ਪਾਣੀ ਲਗਾ ਦਈਦਾ ਜੀ ਕਣਕ ਨੂੰ। ਮੈਂ ਕਦੇ ਖੇਤ ਨਹੀਂ ਵਾਹਿਆ ਜੀ, ਮੈਨੂੰ ਹੋ ਗਏ 4 ਸਾਲ ਦਾ ਖੇਤ ਹੋ ਗਏ, ਮੈਂ ਵਾਹਿਆ ਨਹੀਂ। 8 ਸਾਲ ਹੋ ਗਏ ਪਰਾਲੀ ਨੂੰ ਅੱਗ ਲਾਈ ਨੂੰ। ਜਦੋਂ ਸੁਪਰ ਸੀਡਰ ਨਾਲ ਜਿਹੜੇ ਨਾ ਬੀਜਦੇ ਆ ਨਾ, ਉਹਨਾਂ ਦੀ ਸਮੱਸਿਆ ਕੀ ਆਉਂਦੀ ਆ, ਉਹ ਥੱਲੇ ਸਿਉਂਕ ਪੈਦਾ ਹੋ ਜਾਂਦੀ ਆ ਉਹਦੇ, ਜੇ ਥੱਲੇ ਧਰਤੀ 'ਚ ਦੱਬ ਦਿੰਦੇ ਆ। ਜਿਹੜੀ ਉੱਪਰ ਪਾ ਦਿੰਦੇ ਆ ਜੀ, ਉਹਦੇ ਨਾਲ ਸਿਉਂਕ ਵਾਲੀ ਸਮੱਸਿਆ ਨਹੀਂ ਆਉਂਦੀ, ਨਹੀਂ ਤਾਂ ਫਿਰ ਸਿਉਂਕ ਆ ਜਿਹੜੀ ਉਹ ਕਿੰਨੀਆਂ ਧਲੀਆਂ ਵਿੱਚ ਸਿਉਂਕ ਖਾ ਜਾਂਦੀ ਆ ਜੀ, ਫਿਰ ਉਹਨੂੰ ਦੁਬਾਰਾ ਕਿਸਾਨ ਨੂੰ ਵਾਹ ਕੇ ਬੀਜਣੀ ਪੈਂਦੀ ਹੈ ਜੀ। ਇਹਦੇ ਕਰਕੇ ਜਾਣੀ ਮੇਰਾ ਜਿਹੜਾ ਆਪਣਾ ਐਕਸਪੀਰੀਅੰਸ ਹੈ, ਮੈਂ ਤਾਂ ਜੀ ਕਟਰੇ ਫੇਰਦਾ, ਮੈਂ ਖੇਤ ਵਾਹੁੰਦਾ ਨਹੀਂ ਜੀ ਕਦੇ ਵੀ। 4 ਸਾਲ ਹੋ ਗਏ ਮੈਂ ਖੇਤ ਨਹੀਂ ਵਾਇਆ। तो इससे आपको काफी फायदा हो रहा है? हाँ जी, 150-200 रुपया खर्चा आਉਂਦਾ ਜੀ ਕਿੱਲੇ ਤੇ। ਸਰੋਂ ਵੀ ਬੀਜੀ ਆ ਜੀ ਮੈਂ, 3 ਸਾਲ ਹੋ ਗਏ। ਸਰੋਂ ਵੀ ਛਿੱਟਾ ਮਾਰ ਕੇ ਬਸ ਉੱਤੇ ਕਟਰ ਫੇਰ ਦੇਈਦਾ ਜੀ, ਖੇਤ ਨਹੀਂ ਕਦੇ ਵਾਇਆ। ਉਹਦੇ ਵਿੱਚ 150-200 ਰੁਪਏ ਉਹਦੇ ਤੇ ਖਰਚਾ ਆਉਂਦਾ। ਫਿਰ ਉਹਦੇ 'ਚ ਜੀ ਕੋਈ ਨਦੀਨ ਨਹੀਂ ਜੰਮਦਾ ਹੈਗਾ, ਜਿਵੇਂ ਗੁੱਲੀ ਡੰਡੇ ਦੀ ਪ੍ਰੋਬਲਮ ਹੁੰਦੀ ਆ ਕਣਕਾਂ 'ਚ, ਉਹ ਨਹੀਂ ਹੁੰਦੀ ਜੀ। यानी कम खर्चे में आपका जो है वो पराली प्रबंधन हो जाता है? ਹਾਂਜੀ ਹਾਂਜੀ ਹਾਂਜੀ, ਪਰਾਲੀ ਅਸੀਂ ਉੱਪਰੇ ਰੱਖ ਲਈਦੀ ਆ ਜੀ, ਉਹ ਉੱਤੇ ਗਲ ਜਾਂਦੀ ਆ 2-3 ਮਹੀਨੇ ਬਾਅਦ, ਉਹ ਵਿੱਚ ਹੀ ਖੇਤ 'ਚ ਰਲ ਜਾਂਦੀ ਆ ਜੀ। बिल्कुल। और कौन किसान भाई हैं जो पराली प्रबंधन के तरीके अपना रहे हैं? जी बताइए। ਜੀ ਮੈਂ ਰੁਪਿੰਦਰ ਸਿੰਘ ਸਾਨੋ ਬਸਾ ਹਰਪਾਲ ਸਿੰਘ, ਪਿੰਡ ਮੇਰਾ ਚਹਿਲਾਂ ਹੈ ਜੀ। ਅਸੀਂ ਵੀ 2016 ਤੋਂ ਬਿਲਕੁਲ ਨਹੀਂ ਅੱਗ ਲਗਾ ਰਹੇ ਜੀ। ਅਸੀਂ ਆਲੂ ਦੀ ਖੇਤੀ ਵੀ ਕਰਦੇ ਹਾਂ, ਸਬਜ਼ੀਆਂ ਦੀ ਵੀ ਨਾਲ ਕਰਦੇ ਹਾਂ। ਜਿਹੜਾ ਸਾਡਾ ਤਰੀਕਾ, ਜਿੱਦਾਂ ਅਸੀਂ ਆਲੂਆਂ ਦੀ ਬਿਜਾਈ ਕਰਨੀ ਆ, ਉਹਦੇ ਲਈ ਅਸੀਂ ਸਾਰਿਆਂ ਨੂੰ ਪਹਿਲਾਂ ਤਾਂ ਜਿਹੜੇ ਕੰਬਾਈਨ ਆ ਜੀ ਤੇ SMS ਲੱਗਿਆ ਹੋਇਆ, ਉਹਦੇ ਨਾਲ ਕਟਾਈ ਕਰਦੇ ਹਾਂ ਜੀ। ਉਸ ਤੋਂ ਬਾਅਦ ਉਹਨੂੰ ਮਲਚਰ ਕਰ ਦਈਦਾ ਜੀ ਖੇਤ ਨੂੰ। ਮਲਚਿੰਗ ਤੋਂ ਬਾਅਦ ਫਿਰ ਅਟਾਮੇ ਵਾਲਾ ਆਉਂਦੇ ਜੀ MP ਪਲੋ, ਉਹਨਾਂ ਨੂੰ ਪਟਾ ਕੇ ਮਿੱਟੀ ਨੂੰ रोटावेटर वेट के आलूओं की बिजाई कर दी जी। कोई समस्या नहीं पराली दी जी। और अगर आप इसे ना जलाएं और जिस तरीके से डिकम्पोज कर दें अपने खेत में ही, तो उससे आपकी मिट्टी की उर्वरक क्षमता भी बढ़ जाएगी? बिल्कुल बढ़ती है जी, इसमें तो कोई कहने की राय नहीं है, क्योंकि जैविक मादा तो बढ़ेगा ही नहीं। यानी कुल जमा ये कहा जाए कि अगर आप पराली प्रबंधन अपनाते हैं तो हर तरीके से फायदा हो सकता है? बिल्कुल मैडम, हर तरीके से फायदा है, सभी को अपनाना चाहिए जी बिल्कुल। और कौन किसान भाई हैं यहाँ पर, अपने हाथ खड़े करें। जी जी। मैं मनजीत सिंह ਢੀਂਡਸਾ ਸਾਬਕਾ ਸਰਪੰਚ ਜੀ, ਪ੍ਰਧਾਨ BKU ਲਖਵਾਲ ਜ਼ਿਲ੍ਹਾ ਲੁਧਿਆਣਾ। ਅਸੀਂ ਇਹ ਬੇਨਤੀ ਕਰਦੇ ਹਾਂ ਵੀ ਪਰਾਲੀ ਸਾਡੀ ਯੂਨੀਅਨ ਕਰਨੀ ਵੀ ਬੇਨਤੀ ਆ, ਅਸੀਂ ਕਿਸੇ ਜਾ ਕੇ ਕਦੇ ਕਿਸੇ ਦੇ ਥਾਣੇ ਨਹੀਂ ਗਏ ਕਿਸੇ ਦੇ ਨਾਲ ਵੀ ਜੇ ਕਿਸੇ ਨੇ ਅੱਗ ਲਾਤੀ ਉਹਨੂੰ ਕੋਈ ਪ੍ਰਸ਼ਾਸਨ ਵਾਲੇ ਨੇ ਫੜ ਲਿਆ, ਬਿਲਕੁਲ ਨਹੀਂ ਉਹਦੀ ਸਿਫਾਰਿਸ਼ ਕਰਦੇ। ਅਸੀਂ ਕਹਿੰਦੇ ਵੀ ਜਦ ਅਸੀਂ ਕਹਿੰਦੇ ਆ ਵੀ ਪਰਾਲੀ ਨੂੰ ਅੱਗ ਨਾ ਲਾਓ, ਜੇ ਤਾਂ ਕੋਈ ਆਪਾਂ ਕਈ ਬੰਦੇ ਤਾਂ ਮਜਬੂਰੀ ਆ, 50% ਲੋਕਾਂ ਤੇ ਬੰਦਿਆਂ ਦੀ ਮਜਬੂਰੀ ਆ, ਉਹਦੇ ਕੋਈ ਸਾਧਨ ਨਹੀਂ, ਨਾ ਉਹਦੇ ਕੋਈ ਮਿਲਦਾ, ਕਿਰਾਏ ਤੇ ਵੀ ਨਹੀਂ ਕਈ ਵਾਰ ਮਿਲਦਾ ਜੀ। ਕਈ ਬੰਦੇ ਨਾ ਜਾਣ ਬੁੱਝ ਕੇ ਵੀ ਲਾਉਂਦੇ ਨੇ ਵੀ ਚੱਲ ਕੋਈ ਨਹੀਂ ਯੂਨੀਅਨ ਵਾਲੇ ਸਾਡੀ ਮਦਦ ਕਰ ਦੇਣਗੇ ਜਾਂ ਆਹ ਕਰਨਗੇ, ਜਾਂ भी असी लाती साडा की हो गया। सुपर सीडर, हैप्पी सीडर जैसी मशीनें काफ़ी महंगी हैं, तो क्या इसके लिए कोई किसान संगठन बनाए जाते हैं कि जिससे वहाँ से जो और अन्य किसान हैं वो मशीनें लेके पराली का प्रबंध कर सकें, उनको ज़्यादा खर्चा ना उठाना पड़े? इस तरह भी ਪਹਿਲ ਦੇ ਆਧਾਰ ਤੇ ਜੇ ਕੋਈ ਸੁਸਾਇਟੀ ਅਪਲਾਈ ਕਰਦੀ ਆ ਜਾਂ ਕੋਈ ਪੰਚਾਇਤ ਅਪਲਾਈ ਕਰਦੀ ਆ ਜਾਂ ਕੋਈ ਗਰੁੱਪ ਕਿਸਾਨਾਂ ਦਾ, ਜਿਵੇਂ FPO ਸਾਡੇ ਬਣੇ ਉਹਨਾਂ ਨੇ ਅਪਲਾਈ, ਹਾਂਜੀ, ਤਾਂ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਕਿ ਹੋਰ ਵੀ ਕਿਸਾਨ ਉਹਨਾਂ ਤੋਂ ਲੈ ਕੇ ਮਸ਼ੀਨਰੀ ਦੀ ਵਰਤੋਂ ਕਰ ਸਕਣ। तो फिलहाल यहाँ वक्त हो गया एक छोटे से ब्रेक का, आप कहीं मत जाइएगा, जुड़े रहिए दूरदर्शन किसान के साथ। पराली पंचायत लगातार जारी है। हर साल फसल कटाई के बाद पराली जलाना कई तरह के प्रदूषण और स्वास्थ्य समस्याओं को जन्म देता है। पराली जलाने से पर्यावरण में कार्बन डाइऑक्साइड, कार्बन मोनोऑक्साइड, नाइट्रोजन ऑक्साइड, सल्फर डाइऑक्साइड और मीथेन की अधिकता हो जाती है, जिससे लोगों को आंखों में जलन, सांस लेने में दिक्कत, खुजली और एलर्जी जैसी समस्याएं बढ़ जाती हैं। ऐसे मौसम में अस्थमा के मरीजों को ज्यादा समस्या होती है। पराली जलाने से मिट्टी को उपजाऊ बनाने वाले किसान के मित्र कीट भी मर जाते हैं, जिससे मिट्टी की उर्वरक क्षमता को बहुत ही क्षति पहुंचती है। किसान भाई सरकार द्वारा
पराली ना जलाएं, पर्यावरण और स्वास्थ्य को बचाएं। हर साल लाखों एकड़ खेतों में पराली जला दी जाती है, जिससे प्रदूषण बढ़ता है। इतना ही नहीं, खेतों में 3-4 बार पराली जलाने से खेत बंजर भी होने लगते हैं। अगली फसल की तैयारी के लिए क्या यही अंतिम विकल्प है? नहीं, पराली प्रबंधन के पर्यावरणीय विकल्प भी हैं। स्ट्रॉ बेलर मशीन का प्रयोग। स्ट्रॉ बेलर मशीन पराली को गट्ठर में बदल सकता है। पराली से जैविक खाद बनाई जाती है, जो खेतों की मिट्टी की उर्वरक क्षमता को बढ़ाती है। पराली को मशीनों द्वारा मिट्टी में दबाना, इसके लिए सुपर सीडर जैसी मशीनों का उपयोग किया जाता है। सरकार किसानों को पराली उपकरणों पर 50% तक की सब्सिडी देती है। किसान भाई पराली प्रबंधन की योजनाओं का लाभ उठाएं, पर्यावरण को बचाएं। स्वागत है ब्रेक के बाद आप सभी का पराली पंचायत में। और अब हम रुक करेंगे हमारे किसान भाइयों का, उनसे जानते हैं कि पराली प्रबंधन को लेकर उनके मन में और क्या क्या सवाल हैं और क्या सुझाव वो देना चाहते हैं। मैं आपसे भी जानना चाहूँगी कि जो ये पराली प्रबंधन हो रहा है, पहले की तुलना में पराली प्रबंधन के जो उपाय किए जा रहे हैं उसमें कितना फ़र्क आप देख पा रहे हैं? बहुत फर्क है। हाँ जी, ਹੁਣ ਤਾਂ ਲੱਗਦੀ ਬਹੁਤ ਘੱਟ ਲੱਗਦੀ ਅੱਗੇ। जी, हाँ जी, 60-70% घट गई अगे। आप करते हैं पराली प्रबंधन के उपाय? 17 से कर रहे हैं। जी। हाँ जी, तो इससे कितना फ़र्क देख पा रहे हैं आप अपनी ज़मीन में? बहुत फर्क आ। ਜ਼ਮੀਨ ਦਾ मतलब ਜਿਹੜੀ ਜ਼ਮੀਨ ਕਾਲਾ ਹੀ ਹੋ ਗਈ ਉੱਥੋਂ, मतलब फर्क ਪਿਆ, बहुत फर्क पै ਗਿਆ। कौन सी मशीन का उपयोग करते हैं आप? सुपर सीडर ਦਾ ਵੀ ਕਰਦੇ ਆ। तो वो आपको कैसे मुहैया कराई जाती है, आपको कैसे मिल पाती है वो? ਆਪਣੇ ਵੀ ਹੈਗੇ, ਪੰਚਾਇਤ ਦੇ ਵੀ ਹੈਗੇ। अच्छा, पंचायत की तरफ से भी मिल जाती है? ਆਪਣੇ ਵੀ ਹੈਗੇ, ਪਹਿਲਾਂ ਲੈ ਆਏ। तो उससे आपको काफ़ी फ़र्क पड़ा है? बहुत फर्क पड़ा है। बिल्कुल। सर आप खड़े हो जाएं, आप भी बताएं, आप कर रहे हैं ये उपाय? हाँ जी, हाँ मैडम। तो कौन सी मशीन का आप उपयोग कर रहे हैं? ਅਸੀਂ ਮੈਡਮ ਇਹੀ ਸੁਪਰ ਫੀਡਰ ਇਹਦੇ ਫੈਕਟਰੀ ਚੋਂ ਲੈ ਕੇ ਕਰਦੇ। अच्छा, सुपर सीडर का उपयोग कर रहे हैं आप। तो सुपर सीडर आपकी खुद की है या पंचायत की तरफ से मिलती है? ਨਹੀਂ ਮੈਡਮ, ਸਹਿਕਾਰੀ ਬੈਂਕ ਉਹਦੇ ਵਿੱਚ ਆ। अच्छा, वहाँ से मिलती है। तो उसको उपयोग करने के बाद आप कितना फ़र्क देख पा रहे हैं अपनी ज़मीन की उर्वरक क्षमता पर, ज़मीन पर, फसल पर? ਹਜੇ ਉਹਦੇ ਨਾਲ ਬਹੁਤ ਫਰਕ ਪੈਂਦਾ। ਜਿਵੇਂ ਹੁਣ ਵੀ ਰਿਓ ਦਾ ਵੀ ਖਰਚਾ ਬਹੁਤ ਘੱਟ ਜਾਂਦਾ ਹੈ ਵੀ ਹਾਂ ਰਿਓ ਉਹ ਪੈਂਦਾ। ਬਾਕੀ ਉਹ ਜ਼ਮੀਨ ਨੂੰ ਵੀ ਫਰਕ ਪੈਂਦਾ ਤੇ ਬਾਕੀ ਇਹਦੇ ਮਿੱਤਰ ਕੀੜੇ ਉਹ ਵੀ ਬਚ ਜਾਂਦੇ ਨੇ ਵੀ ਉੱਕਣ ਉਹਦੇ ਨਾਲ। यानी काफ़ी फ़ायदा है उससे। चलिए अब हम अपने एक्सपर्ट से भी पूछ लेते हैं। सर आपसे जानना चाहूँगी कि हमारे किसान भाई कह रहे हैं सुपर सीडर का वो काफ़ी उपयोग कर रहे हैं, पंचायत की तरफ से भी मिल रही है और उनको किराए पे भी मिल जाती है। तो ये जो मशीनें हैं ये कुछ लोगों को मुहैया हो रही हैं, कुछ को नहीं भी हो पा रही हैं, कुछ लोग कह रहे हैं कि काफ़ी महंगी हैं। तो इन सिटू उपाय भी हैं, उस बारे में आप बताएं कि और क्या कुछ हमारे किसान भाई जो है उन इन सिटू उपाय को अपनाकर इस पराली प्रबंधन को अपना सकते हैं। हम पराली को आग नहीं लगाते। आग लगाने अगर नहीं लगाते तो जैसे हम कोई भी खाद डालते हैं, यूरिया, फॉस्फोरस, तो उसने अवेलेबल फॉर्म में उसको हमारे सूक्ष्म जीव हैं मिट्टी में जो उसको कन्वर्ट करते हैं। जैसे नाइट्रोजन हम यूरिया माइड फॉर्म में होता है, क्रॉप ने लेना उसको नाइट्रेट फॉर्म में, उसको कन्वर्ट कौन कर रहा है? सूक्ष्म जीव कर रहे हैं जो हमारे मिट्टी में है। अगर हम पराली को आग लगाते हैं तो वो ख़त्म हो जाते हैं सूक्ष्म जीव। बिल्कुल। उससे क्या होता है कि हमारी न्यूट्रिएंट यूज़ एफिशिएंसी कम हो जाती है, हमें और खाद डालनी पड़ती है। जहाँ 100 kg यूरिया पड़ रहा है वहाँ 150 kg डालना पड़ता है। ये टेक्निकल मतलब चीज़ें हैं। अगर हम पराली बीच में डालते हैं, ऑर्गेनिक कार्बन भी मिट्टी का बढ़ता है। जो ऑर्गेनिक कार्बन है वो न्यूट्रिएंट बैंक है, उसने सारे जो हमारे 17 एसेंशियल न्यूट्रिएंट है उसको पकड़ के रखना है और अवेलेबल फॉर्म में उसको उपलब्ध कराना है। बिल्कुल। सर एक्स-C2 प्रणाली भी उपयोग में लाई जाती है, वो क्या है? उसके बारे में भी थोड़ी जानकारी दें। एक्स-C2 प्रणाली में हमारे सबसे ज़्यादा बेलर मशीन यूज़ हो रही है उससे लेकिन हम उसकी ज़्यादा सिफारिश नहीं करते, क्योंकि हमारा जो जितनी एनर्जी है, जितने किसान के पैसे हैं वो खाद में, पौधे के बॉडी में आ गए हैं ना। हम बाद में एक्स-C2 करके उसको अपने न्यूट्रिएंट की माइनिंग कर रहे हैं। वैसे ज़्यादा अपना जो विंडो है, सोइंग की विंडो है 10 या 12 दिन की है, उसको मतलब कि
रूट आउट मतलब कि कम टाइम के लिए हम उस XC2 प्रणाली का उपयोग कर रहे हैं ताकि किसान समय पे गेहूं की बुआई कर पाए। बिल्कुल। और कम लागत कौन सी प्रणाली में आती है जो किसानों के लिए फायदेमंद रहे और आसान भी अगर रहे? हम वर्चुअल कॉस्ट देखें, जो छिपे हुए खर्चे हैं, हम्म। तो इन सीटू प्रणाली से किसान को ज्यादा फायदा है, इन सीटू प्रणाली से in-situ ज्यादा प्रणाली फायदा है, से। यानी डिकम्पोज कर सकते हैं खेतों में ही ताकि अपने हमें पराली न्यूट्रिएंट्स को। में जो बाहर हम खाद्य डाल रहे हैं, जी। माइक्रो न्यूट्रिएंट्स, जिंक डाल रहे हैं, आयरन डाल रहे हैं, अगर हम पराली खेत में सॉइल में मिक्स कर रहे हैं तो हमारे वो खर्चे कम हो जाएंगे। सर, आपसे जानना चाहूँगी मैं, हमने अभी तो जाना इन सीटू और XC2 के बारे में, जिस तरीके से कुछ किसान भाई ऐसे भी हैं जिन तक ना ये पराली प्रबंधन को लेकर जागरूकता पहुंची नहीं है, काफ़ी कुछ किसान भाई हमारे ऐसे हैं, तो आपकी तरफ से कुछ ऐसे जागरूकता अभियान भी चलाए जा रहे हैं? ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਲੁਧਿਆਣਾ ਵੱਲੋਂ जैसे मशीनरी दी जा रही है CRM स्कीम के तहत, उसी तहत एक हमारा IEC कंपोनेंट है, इंफॉर्मेशन एजुकेशन एंड कम्युनिकेशन। उस जरिए हम विलेज लैवल कैंप, ਕਲਸਟਰ ਲੈਵਲ ਕੈਂਪ, ਬਲਾਕ ਲੈਵਲ ਕੈਂਪ ਅਤੇ ਜ਼ਿਲ੍ਹਾ ਪੱਧਰੀ ਕੈਂਪ ਲਗਾ ਕੇ, ਇਸ ਤੋਂ ਇਲਾਵਾ ਕਿਸਾਨਾਂ ਦੇ ਖੇਤਾਂ ਵਿੱਚ ਵੱਖ-ਵੱਖ ਵੀਡੀਓ ਕਲਿੱਪਸ ਬਣਾ ਕੇ ਉਹਨੂੰ ਸੋਸ਼ਲ ਮੀਡੀਆ ਰਾਹੀਂ ਅੱਗੇ ਸਪਰੈਡ ਕਰ ਰਹੇ ਹਾਂ, ਤਾਂ ਕਿ ਜਿਹੜੇ ਕਿਸਾਨ ਵੀਰ ਉਹਨਾਂ ਕਿਸਾਨਾਂ ਤੋਂ ਵੀ ਪ੍ਰਭਾਵਿਤ ਹੋ ਸਕਣ ਅਤੇ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਫਸਲ ਵਿਗਿਆਨਕ ਤਰੀਕੇ ਅਤੇ ਮਸ਼ੀਨਰੀ ਦੀ ਵਰਤਣ ਸੰਬੰਧੀ ਜਾਣਕਾਰੀ ਵੱਧ ਤੋਂ ਵੱਧ ਇਹਨਾਂ ICE ਕੰਪੋਨੈਂਟ ਰਾਹੀਂ ਕਿਸਾਨਾਂ ਵਿੱਚ ਦਿੱਤੀ ਜਾ ਰਹੀ ਆ। ਤੇ ਕਾਫੀ ਆ ਵੀ ਜੋ ਅੱਜ ਕਿਸਾਨ ਕਰ ਰਹੇ ਆ, ਇਹ ਸਾਡੇ ਉਸ ਕੰਪੋਨੈਂਟ ਦਾ ਹੀ ਰਿਜ਼ਲਟ ਹੈਗਾ। जी बिल्कुल। सर, आपसे मैं जानना चाहूँगी, जैसे बताया अभी कि बायोगैस एनर्जी प्लांट वगैरह भी लगे हुए हैं लुधियाना में, तो जो ये पराली प्रबंधन में इसका क्या उपयोग हो सकता है? ਦੇਖੋ ਜੀ, ਜਿਸ ਤਰ੍ਹਾਂ ਪਹਿਲਾਂ ਡਾਕਟਰ ਸਾਹਿਬ ਨੇ ਗੱਲ ਕੀਤੀ, ਬੀਇੰਗ ਐਗਰੀਕਲਚਰ ਡਿਪਾਰਟਮੈਂਟ ਦੇ ਐਕਸਪਰਟ, ਅਸੀਂ ਇਹੀ ਚਾਹੁੰਦੇ ਹਾਂ ਕਿ ਕਿਸਾਨ ਜਿਹੜੇ ਆ ਉਹ ਪਰਾਲੀ ਨੂੰ ਖੇਤ ਦੇ ਵਿੱਚੋਂ ਬਾਹਰ ਨਾ ਲੈ ਕੇ ਜਾਣ, ਪਰਾਲੀ ਨੂੰ ਖੇਤ ਵਿੱਚ ਹੀ ਰੱਖਣ, ਆਪਣਾ ਇੱਕ ਤਰ੍ਹਾਂ ਦਾ ਖਜ਼ਾਨਾ ਸਮਝ ਕੇ ਖੇਤ 'ਚ ਰੱਖਣ, ਕਿਉਂਕਿ ਉਹਨਾਂ ਨੇ ਪਰਾਲੀ ਨੇ ਜ਼ਮੀਨ 'ਚ ਜੇ ਰਲੂਗੀ ਤਾਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਉਹ ਫਾਇਦੇ ਹੋਣਗੇ। ਪਰ ਜੇ ਕੋਈ ਕਿਸਾਨ ਵੀਰ ਫਿਰ ਵੀ ਖੇਤ 'ਚੋਂ ਬਾਹਰ ਲਿਜਾਣਾ ਚਾਹੁੰਦਾ ਤਾਂ ਆਪਾਂ ਨੂੰ ਇਹ ਜ਼ਰੂਰ ਸਮਝਣ ਦੀ ਲੋੜ ਹੈ ਕਿ ਉਹ ਜਦੋਂ ਪਰਾਲੀ ਬਾਹਰ ਜਾਏਗੀ, ਉਹ ਕਿਤੇ ਜੇ ਯੂਟੀਲਾਈਜੇਸ਼ਨ ਹੋਏਗੀ, ਕਿਤੇ ਉਹਦੀ ਵਰਤਣ ਦੀ ਜਗ੍ਹਾ ਹੋਏਗੀ, ਤਾਂ ਹੀ ਉਹ ਸਾਡੀ ਪਰਾਲੀ ਲੈ ਕੇ ਜਾਣਗੇ ਖੇਤ ਦੇ ਵਿੱਚੋਂ। ਅਤੇ ਇਹ ਜਿਸ ਤਰ੍ਹਾਂ ਤੁਸੀਂ ਇੱਕ ਦੱਸਿਆ ਕਿ ਬਾਇਓਗੈਸ ਬਣ ਸਕਦੀ ਹੈ, ਇਹ ਇੱਕ ਹੱਲ ਹੈ ਕਿ ਪਰਾਲੀ ਦੇ ਉੱਤੋਂ ਕੰਪਰੈਸਡ ਬਾਇਓਗੈਸ ਬਣ ਜਾਂਦੀ ਆ। ਜਿਸ ਤਰ੍ਹਾਂ ਆਪਾਂ ਕਾਰਾਂ ਦੇਖਦੇ ਹਾਂ, CNG ਵਾਲੀਆਂ ਕਾਰਾਂ ਚੱਲਦੀਆਂ, ਉਹਨਾਂ ਦੇ ਵਿੱਚ ਇਹੀ ਗੈਸ ਐਜ਼ ਇਟ ਇਜ਼ ਹੀ ਇੱਦਾਂ ਹੀ ਵਰਤੀ ਜਾਂਦੀ ਹੈ, ਅਤੇ ਉਹ ਕਾਰਾਂ ਵਗੈਰਾ ਜਾਂ ਵਹੀਕਲ ਜਿਹੜੇ ਆ ਉਹ CBG ਗੈਸ 'ਤੇ ਚੱਲ ਸਕਦੇ ਆ। ਇਸ ਤਰ੍ਹਾਂ XC2 ਮੈਨੇਜਮੈਂਟ ਵਾਸਤੇ ਆਪਾਂ ਜਾ ਸਕਦੇ ਹਾਂ, ਪਰ ਉਹਦੀ ਲਿਮੀਟੇਸ਼ਨ ਹੈ। ਜਿਸ ਤਰ੍ਹਾਂ ਇਸ ਵੇਲੇ ਮੈਂ ਆਪਣੇ ਜ਼ਿਲ੍ਹੇ ਲੁਧਿਆਣੇ ਦੀ ਗੱਲ ਕਰਦਾ ਤਾਂ ਸਾਡਾ ਤਕਰੀਬਨ 20% ਜਿਹੜੀ ਪਰਾਲੀ ਆ ਪੂਰੇ ਡਿਸਟ੍ਰਿਕਟ ਦੀ, ਉਹ XC2 ਮੈਨੇਜਮੈਂਟ ਨਾਲ ਹੀ ਚੱਲ ਰਹੀ ਹੈ। ਪਰ ਅਜੇ ਬਹੁਤ ਜ਼ਿਆਦਾ ਕਪੈਸਿਟੀ ਨਹੀਂ ਹੈਗੀ ਕਿ ਆਪਾਂ ਹੋਰ ਜ਼ਿਆਦਾ XC2 ਵੱਲ ਹੋ ਸਕੀਏ। ਇਸੇ ਕਰਕੇ ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਇਨ ਸਿਟੂ ਮੈਨੇਜਮੈਂਟ ਵੱਲ ਨੂੰ ਹੋਵੇ। ਬਾਕੀ ਜਿਹੜੀ ਪਹਿਲਾਂ ਗੱਲ ਹੋਈ ਹੈ, ਜਿੱਦਾਂ ਕਹਿ ਰਹੇ ਸੀ ਸਰਦਾਰ ਸਾਹਿਬ ਜੀ, ਅਸੀਂ ਖੇਤੀਬਾੜੀ ਮਹਿਕਮਾ 3 ਪੁਆਇੰਟ ਦੇ ਉੱਤੇ ਲੈ ਕੇ ਤੁਹਾਡੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਖਾਸ ਤੌਰ 'ਤੇ ਸਾਡਾ ਐਕਸ਼ਨ ਜਿਹੜਾ ਪਲਾਨ ਆ ਉਹ ਇਸ ਤਰ੍ਹਾਂ ਹੁੰਦਾ। ਪਹਿਲਾ ਪਲਾਨ ਹੁੰਦਾ ਸਾਡਾ ਕਿ ਅਵੇਅਰਨੈਸ ਕ੍ਰੀਏਟ ਕਰਨੀ, ਜਿਹੜੀ ਅਸੀਂ ਅਵੇਅਰਨੈਸ ਥਰੂ ਕੈਂਪਸ, ਥਰੂ ਨੁੱਕੜ ਨਾਟਕ, ਅਸੀਂ ਪਿੰਡਾਂ ਦੇ ਵਿੱਚ ਵੈਨਾਂ ਚਲਾਉਂਦੇ ਹਾਂ, ਅਸੀਂ ਕੰਧਾਂ ਦੇ ਉੱਤੇ ਸਲੋਗਨ ਲਿਖਵਾ ਰਹੇ ਹਾਂ, ਇਹ ਸਾਰਾ ਕੁਝ ਕਰਦੇ ਹਾਂ, ਸੋਸ਼ਲ ਮੀਡੀਆ 'ਤੇ ਮੈਸੇਜ ਭੇਜ ਰਹੇ ਹਾਂ। ਇਹ ਅਸੀਂ ਅਵੇਅਰਨੈਸ ਕ੍ਰੀਏਟ ਕਰਦੇ ਹਾਂ ਪਹਿਲਾਂ, ਜਿਹੜਾ ਕਿ ਸਾਡਾ ਇਸ ਵੇਲੇ ਚੱਲ ਰਿਹਾ ਸੀਜ਼ਨ ਜੋ ਅਸੀਂ ਕਰ ਰਹੇ ਹਾਂ। ਇਹ 2-3 ਮਹੀਨੇ ਪਹਿਲਾਂ ਹੀ ਜੁਲਾਈ ਤੋਂ ਸ਼ੁਰੂ ਕੀਤਾ ਹੋਇਆ ਸੀ। ਉਸ ਤੋਂ ਬਾਅਦ ਅਗਲਾ ਫੇਜ਼ ਆ ਜਾਂਦਾ ਸਾਡਾ ਕਿ ਅਸੀਂ ਅਵੇਅਰਨੈਸ ਤੋਂ ਬਾਅਦ ਹੁਣ ਕਿਸਾਨਾਂ ਨੂੰ ਮਸ਼ੀਨਰੀ ਦੇਣੀ ਹੈ। ਉਹ ਮਸ਼ੀਨਰੀ ਦੀ ਸਕੀਮ ਸਾਡੀ ਜੁਲਾਈ ਤੋਂ ਸ਼ੁਰੂ ਹੋਈ ਵੀ ਹੈ ਅਤੇ ਉਹ ਮਸ਼ੀਨਰੀ ਸਬਸਿਡੀ ਦੇ ਰਹੇ ਹਾਂ। ਦੈਨ ਥਰਡ ਆ ਜਾਂਦਾ ਸਾਡਾ ਕਿ ਯੂਟੀਲਾਈਜੇਸ਼ਨ ਆਫ ਮਸ਼ੀਨਰੀ। ਮਸ਼ੀਨਾਂ ਆ ਗਈਆਂ ਤੁਹਾਡੇ ਕੋਲੇ, ਜਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਆਪਣੀ ਪੰਚਾਇਤ ਨੇ ਮਸ਼ੀਨਾਂ ਖਰੀਦੀਆਂ ਹੋਈਆਂ, ਉਹ ਸਾਂਝੀਆਂ ਮਸ਼ੀਨਾਂ, ਕੋਆਪਰੇਟਿਵ ਸੁਸਾਇਟੀਆਂ ਨੇ ਵੀ ਲਈਆਂ ਹੋਈਆਂ, ਕਿਸਾਨਾਂ ਨੇ ਵੀ ਲਈਆਂ ਹੋਈਆਂ। ਉਹ ਮਸ਼ੀਨਾਂ ਜੇ ਕਿਸੇ ਕੋਲੇ ਖੜੀ ਹੈ, ਉਸ ਮਸ਼ੀਨ ਦੀ ਜਿੰਨੀ ਕਪੈਸਿਟੀ ਹੈ, ਜੇ ਕੋਈ ਇੱਕ ਮਸ਼ੀਨ ਇੱਕ ਸੀਜ਼ਨ ਦੇ ਵਿੱਚ 100 ਏਕੜ ਕਵਰ ਕਰ ਸਕਦੀ ਹੈ, ਤਾਂ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਕਿ ਉਹਦੀ ਯੂਟੀਲਾਈਜੇਸ਼ਨ ਵਧਾਈ ਜਾਵੇ, ਉਹ 100 ਏਕੜ ਤੱਕ ਜ਼ਰੂਰ ਯੂਜ਼ ਹੋਵੇ। ਜੇ ਕਿਸੇ ਇੱਕ ਕਿਸਾਨ ਵੀਰ ਦੇ ਕੋਲੇ ਜਾਂ ਇੱਕ ਪੰਚਾਇਤ ਕੋਲੇ ਇੱਕ ਮਸ਼ੀਨ ਪਈ ਹੋਈ ਹੈ ਜਿਹੜੀ ਕਿ ਥੋੜ੍ਹਾ ਚੱਲ ਰਹੀ ਹੈ, 10 ਏਕੜ 20 ਏਕੜ ਚੱਲ ਰਹੀ ਹੈ, ਜਿਹੜੀ ਕਿ 100 ਏਕੜ ਚੱਲ ਸਕਦੀ ਸੀ, ਉਹਦੀ ਯੂਟੀਲਾਈਜੇਸ਼ਨ ਵਧਾਈ ਜਾਵੇ। ਇਸ ਤਰ੍ਹਾਂ ਅਸੀਂ ਐਕਸ਼ਨ ਪਲਾਨ ਆਪਣਾ ਡਿਸਟ੍ਰਿਕਟ ਦਾ ਬਣਾਇਆ ਹੁੰਦਾ ਜੀ, ਉਹਦੇ 'ਤੇ ਹੀ ਅਸੀਂ ਉਸ ਹਿਸਾਬ ਨਾਲ ਕੰਮ ਕਰਦੇ। बिल्कुल सर, शुक्रिया। तो फिलहाल यहाँ वक्त हो गया एक छोटे से ब्रेक का, आप कहीं मत जाइएगा, जुड़े रहिए दूरदर्शन किसान के साथ। पराली पंचायत लगातार जारी है। अगली फसल का टाइम तो कभी थोड़ा ही रह गया। ताऊ किसी की फसल हुई? बेटा फसल तो ठीक है, ये भी अब पक के तैयार होगी, ये भी इसने काट के और पराली ने जला के फिर नई फसल बोने की तैयारी करूंगा। पराली जला के? हाँ ताऊ तू पर्यावरण तो खराब करेगा,
गेली हमारी सेहत भी खराब करेगा। फसल का दाना ही जरूरी नहीं होता, बचे हुए अवशेष भी बड़े काम के होज हैं। इनकी जैविक खाद बना के तू मिट्टी की उपजाऊ शक्ति ना और बढ़ा सका है। और तो और इसकी जो पराड़ बचेगी ना, उसने बेच के अलग तो मुनाफा भी ले सका है। हाँ, इस पराली से इको फ्रेंडली पेपर और थर्मोकोल बनाया जाता है। पराली का उपयोग जैव ईंधन और हस्तशिल्प बनाने में भी किया जाता है। इसका उपयोग मशरूम की खेती, डिस्पोजेबल प्लेट्स और कटलरी बनाने में भी होता है। पराली समस्या नहीं, संसाधन है। किसान भाई पराली ना जलाएं, पराली से अपनी आय बढ़ाएं। हर साल लाखों एकड़ खेतों में पराली जला दी जाती है, जिससे प्रदूषण बढ़ता है। इतना ही नहीं, खेतों में 3-4 बार पराली जलाने से खेत बंजर भी होने लगते हैं। अगली फसल की तैयारी के लिए क्या यही अंतिम विकल्प है? नहीं, पराली प्रबंधन के पर्यावरणीय विकल्प भी हैं। स्ट्रॉ बेलर मशीन का प्रयोग। स्ट्रॉ बेलर मशीन पराली को गट्ठर में बदल सकता है। पराली से जैविक खाद बनाई जाती है, जो खेतों की मिट्टी की उर्वरक क्षमता को बढ़ाती है। पराली को मशीनों द्वारा मिट्टी में दबाना, इसके लिए सुपर सीडर जैसी मशीनों का उपयोग किया जाता है। सरकार किसानों को पराली उपकरणों पर 50% तक की सब्सिडी देती है। किसान भाई पराली प्रबंधन की योजनाओं का लाभ उठाएं, पर्यावरण को बचाएं। स्वागत है ब्रेक के बाद आप सभी का पराली पंचायत में। और अब हम रुक करेंगे हमारे किसान भाइयों का, उनसे जानते हैं कि पराली प्रबंधन को लेकर उनके मन में और क्या क्या सवाल हैं और क्या सुझाव वो देना चाहते हैं। कौन हमारे किसान भाई हैं जिनके मन में सवाल है? जी बताइए, आप अपना नाम बताइए। मेरा नाम राजेंद्र सिंह है जी। हाँ जी, पराली प्रबंधन को लेकर आप क्या उपाय कर रहे हैं? आपके मन में कुछ सवाल, कुछ सुझाव, वो आप बताएं। हाँ जी, गवर्नमेंट ਨੂੰ ਜੀ ਆਪਣੇ ਰੂਟਾਵੇਟਰ ਤੇ ਸਬਸਿਡੀ ਦੇਣੀ ਚਾਹੀਦੀ ਹੈ ਇਕੱਲੇ ਦੀ। ਉਹਦਾ ਕਾਰਨ ਕੀ ਆ? ਰੂਟਾਵੇਟਰ ਦਾ ਦੇਖੋ, ਹਰੇਕ ਬੰਦੇ ਕੋਲ ਟਰੈਕਟਰ ਹੈਗਾ, ਜ਼ਿਮੀਂਦਾਰ ਕੋਲ, ਉਹਦੇ ਕੋਲ ਰੂਟਾਵੇਟਰ ਨਹੀਂ ਹੈਗਾ। ਹੁਣ ਜੇ 1 ਲੱਖ ਦਾ ਰੂਟਾਵੇਟਰ ਆ, ਉਹਦੇ ਤੇ 50,000 ਸਬਸਿडी हुई, हरेक बंदा लूगा जी। सर, इनकी समस्या है कि मशीनरी को लेकर काफ़ी खासे परेशान है ये, कि मशीनरी जो है वो महंगी है, हमें नहीं उपलब्ध हो पाती है। इस बारे में आप जानकारी दें। ਜਿੱਥੋਂ ਤੱਕ ਛੋਟੇ ਕਿਸਾਨਾਂ ਦਾ ਸਵਾਲ ਆ, ਤਾਂ ਡੀਆਰ ਕੋਆਪਰੇਟਿਵ ਸੁਸਾਇਟੀ ਜਿਹਨੂੰ ਇਹ ਇੰਸਟਰਕਸ਼ਨਾਂ ਨੇ ਵੀ ਉਹ ਜਿਹੜੀ ਮਸ਼ੀਨਰੀ ਆ ਕਸਟਮ ਹੈਰ ਸੈਂਟਰ ਰਾਹੀਂ ਦਿੱਤੀ ਗਈ ਆ, ਉਹ ਕਿਸਾਨ ਨੂੰ ਉਹ ਵਿਦਆਊਟ ਕਿਰਾਏ ਤੋਂ, ਬਿਨਾਂ ਕਿਰਾਏ ਤੋਂ ਦੇਵੇ। ਤੇ ਬਸ ਸਿਰਫ ਟਰੈਕਟਰ ਜਿਹੜਾ ਹੈਗਾ ਉਹਦਾ ਤੇਲ ਤੂਲ ਦਾ ਖਰਚਾ ਹੈਗਾ। ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਵੀ 2-2.5 ਛੋਟੇ ਕਿਸਾਨ ਆ, ਉਹਨਾਂ ਦੀ ਕੋਈ ਪਰਾਲੀ ਨਹੀਂ ਚੱਕਣ ਆਉਂਦਾ, ਅਸੀਂ ਤੁਹਾਨੂੰ ਪਹਿਲਾਂ ਹੀ ਇਹ ਕਹਿੰਦੇ ਵੀ ਅਸੀਂ ਤਾਂ ਚਾਹੁੰਦੇ ਹਾਂ ਵੀ ਇਨਸਿਟੂ ਹੀ ਹੋਵੇ, ਨਿਊਟ੍ਰੀਐਂਟ ਮਾਈਨਿੰਗ ਨਾ ਹੋਵੇ। ਪਰ ਫਿਰ ਵੀ ਜੇ ਤੁਹਾਡੇ ਇਸ ਤਰ੍ਹਾਂ ਦਾ ਧਿਆਨ 'ਚ ਆਈ ਆ ਸਾਡੇ ਗੱਲ, ਤਾਂ ਅਸੀਂ ਇਹਦੇ ਬਾਰੇ ਪਹਿਲਾਂ ਵੀ ਅਲਰਟ ਹਾਂ। ਅਸੀਂ ਇਹਦੀ ਫਿਜ਼ੀਕਲ ਵੈਰੀਫਿਕੇਸ਼ਨ ਆ ਜਿਹੜੀ ਉਹਦੀ ਕਰਾਵਾਂਗੇ ਵੀ ਕਿੱਥੇ ਅਸੀਂ ਸਬਸਿਡੀ ਆ, ਉਹ ਕੋਸ਼ਿਸ਼ ਚੱਲ ਰਹੀ ਆ ਵੀ ਉਹਨਾਂ ਦੇ GPS ਲੋਕੇਸ਼ਨ ਵੀ ਲਗਾਈ ਜਾਵੇ। ਇਸ ਕਰਕੇ ਇਹਨੂੰ ਬੜੀ ਗੰਭੀਰਤਾ ਨਾਲ ਲਿਆ ਜਾਊਗਾ। ਤੇ ਤੁਹਾਡਾ ਸਵਾਲ ਬਹੁਤ ਵਧੀਆ, ਪਰ ਕੋਸ਼ਿਸ਼ ਕਰੋ ਵੀ ਆਪਾਂ ਇੱਕੋ ਮਸ਼ੀਨ ਨੂੰ ਪ੍ਰਮੋਟ ਨਾ ਕਰੀਏ। ਜਿਵੇਂ ਤੁਸੀਂ ਕਹਿੰਦੇ ਹੋ ਸੁਪਰ ਸੀਡਰ, ਜੇ ਤੁਸੀਂ ਸਮਾਰਟ ਸੀਡਰ ਦੇ ਰਿਜ਼ਲਟ ਦੇਖੋ ਉਹ ਹੋਰ ਵੀ ਵਧੀਆ, ਹੈਪੀ ਸੀਡਰ ਦੇ ਰਿਜ਼ਲਟ ਦੇਖੋ ਵਧੀਆ। ਕਿੰਨਾ ਟਾਈਮ ਲੱਗਿਆ ਉਹ 'ਚ ਇੰਪਰੂਵਮੈਂਟ ਕਰਦੇ। ਉਹ ਪਹਿਲਾਂ ਵਿਦਆਊਟ ਵੀਲ ਆਇਆ, ਹੁਣ ਉਹ ਵਿਦ ਵੀਲ ਆ ਗਿਆ, ਪਹੀਆਂ ਨਾਲ ਆ ਗਿਆ। तो तुसी देखो तो सही सर, ये मशीनें छोटे किसानों तक पहुंच पाती हैं? किसानों तक पहुंच सकदियां, छोटे ट्रैक्टर नाल भी चल सकदियां। जे तुसी स्मार्ट सीडर दे रिजल्ट देखो तो नवा मशीन आ ते बहुत वधिया रिजल्ट आ। बिल्कुल। क्या आप कर रहे हैं पराली प्रबंधन? नहीं जी, मैं तो तुहानू पहला भी दस्सिया जी, मैं तो कटर फेरदा नहीं, मैं कदे खेत नहीं छेड़दा। पर मैं एक कहना चाहुंदा महकमे वाले नू जी, ਇਹ ਮਹਿਕਮਾ ਨਾ ਜਿਹੜਾ ਸਾਡਾ ਖੇਤੀਬਾੜੀ ਵਾਲਾ, ਪਿੱਛੋਂ ਤਾਂ ਬਹੁਤ ਸਕੀਮਾਂ ਆਉਂਦੀਆਂ, ਹਰ ਇੱਕ ਪਿੰਡ 'ਚ 10 ਤੋਂ 20 ਪੈਸੇ ਜੀ ਸਿਰਫ ਇਹਨਾਂ ਦਾ ਰਾਬਤਾ ਹੁੰਦਾ। 80% ਲੋਕਾਂ ਦਾ ਰਾਬਤਾ ਹੀ ਨਹੀਂ ਹੁੰਦਾ, ਨਾ ਉਹਨਾਂ ਨੂੰ ਪਤਾ ਵੀ ਮਹਿਕਮੇ ਵੱਲੋਂ ਕੀ ਮਿਲਦਾ ਕੀ ਨਹੀਂ ਮਿਲਦਾ ਜੀ। ਠੀਕ ਹੈ ਜੀ, ਇਹ ਹੁਣ ਕੁਛ ਬੰਦਿਆਂ ਨਾਲ ਇਹਨਾਂ ਦਾ ਰਾਬਤਾ ਹੁੰਦਾ, ਇਹ ਨਾ ਰਾਬਤਾ ਵਧਾਉਂਦੇ ਨੇ ਜੀ, ਨਾ ਆਮ ਕਿਸਾਨ ਨੂੰ ਪਤਾ ਲੱਗਦਾ ਵੀ ਮੈਨੂੰ ਕੀ ਕੁਛ ਹੋ ਸਕਦਾ, ਕੀ ਮਿਲ ਸਕਦਾ, ਕੀ ਨਹੀਂ ਮਿਲ ਸਕਦਾ ਜੀ। ਆਮ ਕਿਸਾਨ ਨੂੰ ਪਤਾ ਹੀ ਨਹੀਂ ਹੈਗਾ ਜੀ ਕਈ ਗੱਲਾਂ ਦਾ। ਤਾਂ 80% ਲੋਕਾਂ ਨੂੰ ਪਿੰਡਾਂ 'ਚ ਇਹ ਨਹੀਂ ਪਤਾ ਜੀ ਸਾਨੂੰ ਉੱਥੋਂ ਉਹਨਾਂ ਕੋਲੋਂ ਕੀ ਮਿਲ ਸਕਦਾ, ਮਹਿਕਮੇ ਕੋਲੋਂ ਕੀ ਨਹੀਂ ਮਿਲ ਸਕਦਾ, ਕੀ ਤੇ ਸਬਸਿਡੀ ਮਿਲਣੀ ਆ,
ਕੀ ਮਿਲਣਾ, ਕਿਹੜੀ ਦਵਾਈ ਮਿਲ ਜਾਣੀ ਹੈ ਸਬਸਿਡੀ ਤੇ, ਕਿਹੜਾ ਬੀ ਮਿਲ ਜਾਣਾ, ਪਤਾ ही नहीं हैगा जी 80% ਪਿੰਡਾਂ 'ਚ। सर अब इस बारे में आप बताएं। उनका कहना ये है कि आधे किसानों को ये पता नहीं होता कि कहाँ से हमें सब्सिडी मिलेगी, कहाँ से हमें मशीनें मिलेंगी, हम कैसे आगे जो है इस पराली प्रबंधन को अपनाएं। ਵੈਸੇ ਜਦੋਂ ਵੀ ਕੋਈ ਵੀ ਸਕੀਮ ਆਉਂਦੀ ਆ, ਚਾਹੇ ਉਹ ਕਿਸਾਨਾਂ ਨੂੰ 2000 ਰੁਪਈਆ ਜਿਹੜਾ PM ਸਨਮਾਨ ਨਿਧੀ ਯੋਜਨਾ, ਚਾਹੇ ਕੋਈ CRM ਸਕੀਮ ਆਉਂਦੀ ਆ, ਜਾਂ ਸਾਡੀ ਕੋਈ ਸਵੈਮ ਦੀ ਸਕੀਮ ਆਉਂਦੀ ਆ, ਲਗਭਗ ਉਹ ਕਾਫੀ ਸਮਾਂ ਪਹਿਲਾਂ ਉਹ ਅਖਬਾਰਾਂ ਵਿੱਚ ਉਹਦੀ ਐਡ ਆਉਣ। जी हाँ जी, आप बताइए। ਮੇਰਾ ਸਵਾਲ ਹੈ ਜੀ ਡਾਕਟਰ ਸਾਹਿਬ ਨੂੰ। ਅਸੀਂ ਹੈਪੀ ਸੀਡਰ ਨਾਲ ਵੀ ਸਰ ਬਿਜਾਈ ਕਰਦੇ ਰਹੇ ਹਾਂ ਜੀ 4-5 ਸਾਲ, ਤੇ ਉਸ ਤੋਂ ਬਾਅਦ ਸੁਪਰ ਸੀਡਰ ਨਾਲ ਵੀ ਕੀਤੀ, ਰੋਟਾਵੇਟਰ ਨਾਲ ਵੀ ਕੀਤੀ, ਪਿਛਲੇ 2-3 ਸਾਲਾਂ ਤੋਂ ਸਰਫਰ ਸੀਡਰ ਵੀ ਯੂਜ਼ ਕਰ ਰਹੇ ਹਾਂ। ਇੱਕ ਥੋੜਾ ਡਰ ਪਾਇਆ ਜਾਂਦਾ, ਜਿੱਦਾਂ 2022 ਦੇ ਵਿੱਚ ਜੀ ਹੈਪੀ ਸੀਡਰ ਨਾਲ ਬਿਜਾਈ ਕੀਤੀ ਸੀ, ਸਰਫਰ ਸੀਡਰ ਨਾਲ ਵੀ, ਤੇ ਉਹ ਗੁਲਾਬੀ ਸੁੰਡੀ ਨੇ ਬਹੁਤ ਮਾਰ ਮਾਰੀ ਹੈ ਜੀ, ਤੇ ਉਹਦਾ ਕੋਈ ਹੱਲ ਦੱਸਿਓ। ਤੇ ਇੱਕ ਜਿੱਦਾਂ ਅਸੀਂ ਸਰਫਰ ਸੀਡਰ ਨਾਲ ਬਿਜਾਈ ਸਾਰੇ ਕਰਨਾ ਚਾਹੁੰਦੇ ਨੇ, ਸਾਰਿਆਂ ਨੂੰ ਸਸਤੀ ਪੈਂਦੀ ਹੈ ਜੀ ਉਹ, ਤੇ ਉਦੋਂ ਬਿਜਲੀ ਨਹੀਂ ਮਿਲਦੀ ਜੀ। बिल्कुल सर, इनके सवाल का जवाब दीजिए। ਇਸ ਤਰ੍ਹਾਂ ਹੈਗਾ ਵੀ ਜਿਵੇਂ ਇਹਨਾਂ ਨੇ ਗੁਲਾਬੀ ਸੁੰਡੀ ਦੀ ਪ੍ਰੋਬਲਮ ਦੱਸੀ ਆ, ਤਾਂ ਪਿਛਲੇ ਸਾਲਾਂ 'ਚ ਸਾਡੇ ਜਿਹੜਾ ਪੂਸਾ 44 ਅਧੀਨ ਏਰੀਆ ਕਾਫੀ ਜ਼ਿਆਦਾ ਸੀਗਾ, ਜੋ ਇੱਕ ਹੀ ਘਟ ਕੇ ਅਸੀਂ ਮਤਲਬ ਸ਼ਾਰਟ ਡਿਊਰੇਸ਼ਨ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ PR 145 ਥੱਲੇ ਲਿਆਂਦਾ, ਤੇ ਉਹ ਕਿਸਾਨ ਵੀ ਉਹ ਤੋਂ ਖੁਸ਼ ਆ, ਤੇ ਉਹ ਫਸਲ ਨੇ ਆਪਣੀ ਸਸਟੇਨੇਬਿਲਟੀ ਵੀ ਦਿਖਾਈ ਹੈਗੀ ਆ ਉਸਨੇ। ਤੇ ਜਿੱਥੋਂ ਤੱਕ ਅਸੀਂ ਥੋੜ੍ਹੀ ਜਿਹੀ ਅਰਲੀ ਬਿਜਾਈ ਕਰ ਦਿੰਦੇ ਹਾਂ ਅਕਤੂਬਰ 'ਚ, ਉੱਥੇ ਉਹਨਾਂ ਖੇਤਾਂ ਵਿੱਚ ਇਹ ਪ੍ਰੋਬਲਮ ਆਉਂਦੀ ਆ, ਜਾਂ ਜਿੱਥੇ ਝੋਨੇ ਦੇ ਖੇਤਾਂ ਵਿੱਚ ਇਹ ਸੁੰਡੀ ਦਾ ਹਮਲਾ ਹੋਇਆ ਸੀ, ਤਾਂ ਉੱਥੇ ਸਾਨੂੰ ਮਤਲਬ ਜਿਹੜੀ ਅਰਲੀ ਸੋਇੰਗ ਆ ਅਕਤੂਬਰ ਦੇ ਲਾਸਟ ਵੀਕ ਵਾਲੀ, ਉਹ ਨਹੀਂ ਕਰਨੀ ਚਾਹੀਦੀ, ਉਹ ਸਾਨੂੰ ਨਵੰਬਰ ਦੇ ਮਹੀਨੇ ਕਰਨੀ ਚਾਹੀਦੀ ਹੈ। ਜੇ ਕਿਤੇ ਫੇਰ ਵੀ ਪ੍ਰੋਬਲਮ ਆ ਜਾਂਦੀ ਆ, ਤਾਂ ਇਹਦੀ ਗੁਲਾਬੀ ਸੁੰਡੀ ਦੇ ਕਾਫੀ PAU ਵੱਲੋਂ ਸਾਇੰਟਿਸਟਾਂ ਵੱਲੋਂ ਇਹਦੀਆਂ ਸਿਫਾਰਿਸ਼ ਕੀਤੀਆਂ ਗਈਆਂ ਨੇ, ਜੋ ਵੀ ਕਿਸਾਨ ਆ ਅਸੀਂ ਉਹ ਸਮੇਂ-ਸਮੇਂ ਤੇ ਇਹਨਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ। सर बहुत शुक्रिया ये जानकारी हमारे किसान भाइयों तक पहुंचाने के लिए, और मैं उम्मीद करती हूँ कि जितने भी हमारे किसान भाई यहाँ मौजूद हैं उनको ज़रूर इस संबंध में पूरी जानकारी मिली होगी। तो पराली जलाना एक गंभीर समस्या तो है, लेकिन इसका समाधान भी संभव है। इसमें सरकार की नीतियों के साथ साथ हम लोगों